ਪਿਛਲੇ ਲੰਮੇ ਸਮੇਂ ਤੋਂ ਬ੍ਰੇਨ ਔਨ ਟੀਵੀ ਤੇ ਇਸ਼ਤਿਹਾਰ ਦੇਣ ਲਈ ਕਈ ਜੋਤਿਸ਼ਾਂ, ਤਾਂਤਰਿਕਾਂ ਤੇ ਪੀਰਾਂ ਦੇ ਫੋਨ ਆ ਰਹੇ ਨੇ, ਪਰ ਹਰੇਕ ਵਾਰੀ ਬ੍ਰੇਨ ਔਨ ਟੀਵੀ ਦੀ ਟੀਮ ਵੱਲੋਂ ਬੜੇ ਹੀ ਪਿਆਰ ਅਤੇ ਸਤਿਕਾਰ ਨਾਲ ਮਸ਼ਹੂਰੀ ਕਰਨ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ। ਇਸ ਦੇ ਬਾਵਜੂਦ ਵੀ ਕੁਝ ਲੋਕ ਜ਼ੋਰ ਪਾਉਂਦੇ ਨੇ ਕਿ ਸਾਡੀ ਮਸ਼ਹੂਰੀ ਕਰੋ, ਜਿਸ ਦੇ ਸਦਕਾ ਬ੍ਰੇਨ ਔਨ ਟੀਵੀ ਦੀ ਟੀਮ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਜਿਹੜਾ ਵੀ ਕੋਈ ਜੋਤਸ਼ੀ, ਤਾਂਤਰਿਕ ਜਾਂ ਪੀਰ ਜੇਕਰ ਗੈਰ ਕੁਦਰਤੀ ਤਰੀਕੇ ਨਾਲ ਪੰਜਾਬ ਦੇ ਲੁੱਟੇ ਜਾ ਰਹੇ ਪਾਣੀ ਨੂੰ ਬਚਾ ਲਵੇ ਜਾਂ ਪੰਜਾਬ ਵਿੱਚੋਂ ਨਸ਼ਾ ਖਤਮ ਕਰਵਾਉਣ ਵਿੱਚ ਕਾਰਗਰ ਸਾਬਤ ਹੋਵੇਗਾ ਤਾਂ ਬ੍ਰੇਨ ਔਨ ਟੀਵੀ ਵੱਲੋਂ ਉਸ ਮਹਾਨ ਵਿਅਕਤੀ ਤੇ ਅਸਲੀ ਜੋਤਸ਼ੀ, ਤਾਂਤਰਿਕ ਜਾਂ ਪੀਰ ਦੀ ਮਸ਼ਹੂਰੀ ਸਦਾ ਵਾਸਤੇ ਮੁਫਤ 'ਚ ਕੀਤੀ ਜਾਵੇਗੀ ਤੇ ਅਲੱਗ ਤੋਂ ਮੂੰਹ ਮੰਗੀ ਫੀਸ ਵੀ ਦਿੱਤੀ ਜਾਵੇਗੀ। ਧੰਨਵਾਦ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿਨ੍ਹਾਂ ਨੇ ਸਿੱਖਾਂ ਦੀ ਆਜ਼ਾਦੀ ਦੀ ਗੱਲ ਕੀਤੀ ਹੈ 20ਵੀਂ ਸਦੀ ਦੇ ਵਿੱਚ, ਉਹਨਾਂ ਦਾ ਜਨਮ ਦਿਨ 73rd ਮਨਾ ਰਹੇ ਹਾਂ। ਸਾਡੇ ਲਈ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਬਹੁਤ ਕੁਛ ਸਾਡਾ ਸਵਾਈਮਾਨ, ਸਾਡੀ ਇੱਜ਼ਤ ਸਿੱਖ ਕੌਮ ਦੀ ਰੱਖੀ ਹੈ, ਜਿਨ੍ਹਾਂ ਨੇ 72 ਘੰਟੇ ਇੰਡੀਆ ਦੀ ਫੌਜ, ਬਰਤਾਨੀਆ ਦੀ ਫੌਜ ਅਤੇ ਸੋਵੀਅਤ ਯੂਨੀਅਨ ਦੀ ਫੌਜ ਨੂੰ ਦਰਬਾਰ ਸਾਹਿਬ ਦੇ ਵਿੱਚ ਵੜਨ ਨਹੀਂ ਦਿੱਤਾ ਹੈ। ਇਹ ਇੱਕ ਬਹੁਤ ਵੱਡੀ ਗੱਲ ਹੈ, ਕਿਉਂ ਕਰਕੇ 1762 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਦਰਬਾਰ ਸਾਹਿਬ ਦੇ ਉੱਤੇ ਹਮਲੇ ਕੀਤੇ ਸੀਗੇ ਅਤੇ ਬਾਬਾ ਦੀਪ ਸਿੰਘ ਨੇ, ਜਿਹੜੇ ਪਹਿਲੇ ਸੀ ਟਕਸਾਲ ਦੇ ਮੁਖੀ, ਉਹਨਾਂ ਨੇ ਉਹਦਾ ਮੁਕਾਬਲਾ ਕੀਤਾ ਔਰ ਖੁਦ ਵੀ ਸ਼ਹੀਦ ਹੋ ਗਏ। ਜਿਵੇਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਕਾਂਗਰਸ ਦਾ, BJP, ਲੋਕ ਦਲ, ਕਾਮਰੇਡ ਪਾਰਟੀ ਜਿਹੜੇ ਸਹਿਮਤ ਸੀਗੇ, ਉਹਨਾਂ ਨੇ ਫੌਜੀ ਹਮਲਾ ਸਟੇਟਲੈਸ ਸਿੱਖਸ, ਸਾਡੀ ਸਟੇਟ ਹੈ ਨਹੀਂ ਕਿ ਸਿੱਖਾਂ ਦੀ, ਉਹਨਾਂ ਦੇ ਉੱਤੇ 3 ਫੌਜਾਂ ਦਾ ਹਮਲਾ ਕੀਤਾ। ਭਾਰਤਵਾਦ ਸਮਝਦੇ ਆ, ਤੁਸੀਂ ਸਮਝਦੇ ਹੋ ਕਿ ਇੰਡੀਆ ਦੀ ਪੋਲਿਸੀ ਹੈ ਕਿ ਅਸੀਂ ਬਾਈਲੈਟਰਲ ਗੱਲ ਕਰਨੀ ਹੈ ਕਿਸੇ ਵੀ ਮੁਲਕ ਦੇ ਨਾਲ। ਬਾਈਲੈਟਰਲ ਦਾ ਮਤਲਬ ਹੈ ਕਿ ਇੰਡੀਆ ਅਤੇ ਪਾਕਿਸਤਾਨ ਬੈਠੇ ਜਾਂ ਇੰਡੀਆ ਅਤੇ ਚਾਈਨਾ ਬੈਠੇ, ਤੀਜੀ ਪਾਰਟੀ ਨਾ ਬੈਠੇ, ਠੀਕ ਹੈ ਜੀ। ਪਰ ਇੰਦਰਾ ਗਾਂਧੀ ਨੇ ਅਤੇ ਇਹ ਇੰਡੀਆ ਨੇ ਪੋਲਿਸੀ ਛੱਡ ਕੇ ਸਾਡੇ ਉੱਤੇ ਟਰਾਈਲੈਟਰਲ ਹਮਲਾ ਕਰਤਾ ਫੌਜੀ, ਸਾਡੇ ਦਰਬਾਰ ਸਾਹਿਬ ਦੇ ਉੱਤੇ, ਔਰ ਸੋਵੀਅਤ ਯੂਨੀਅਨ ਦੀ, ਬਰਤਾਨੀਆ ਦੀ ਫੌਜ ਅਤੇ ਇੰਡੀਆ ਦੀ ਫੌਜ ਨੇ ਹਮਲੇ ਕੀਤੇ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ 72 ਘੰਟੇ ਇਹ ਫੌਜਾਂ ਨੂੰ ਅੰਦਰ ਨਹੀਂ ਆਉਣ ਦਿੱਤਾ ਅਤੇ ਅੰਤ ਦੇ ਵਿੱਚ ਅੰਦਰ ਵੜ ਕੇ ਆਖਰੀ ਲੜਾਈ ਸੰਤਾਂ ਨੇ ਨਹੀਂ ਲੜੀ। ਜਿੱਥੇ 2 ਨਿਸ਼ਾਨ ਸਾਹਿਬ ਹੈਗੇ ਆ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ, ਉੱਥੇ ਇਹ 3 ਫੌਜਾਂ ਦਾ ਮੁਕਾਬਲਾ ਕੀਤਾ ਅਤੇ 72 ਗੋਲੀਆਂ ਉਹਨਾਂ ਦੇ ਸੀਨੇ ਦੇ ਵਿੱਚ ਲੱਗੀਆਂ। ਸੋ ਉਹਨਾਂ ਦੇ ਆਖਰੀ ਲਫ਼ਜ਼ ਸੀਗੇ ਕਿ ਜਦੋਂ ਇੰਡੀਆ ਦੀਆਂ ਫੌਜਾਂ ਦਾ ਦਰਬਾਰ ਸਾਹਿਬ 'ਤੇ ਹਮਲਾ ਹੋਊਗਾ ਤਾਂ ਖਾਲਿਸਤਾਨ ਦਾ ਨੀਂਹ ਪੱਥਰ ਰੱਖਿਆ ਜਾਊਗਾ। ਹੁਣ ਨੀਂਹ ਪੱਥਰ ਇਹ ਰੱਖਣਾ ਬਹੁਤ ਜ਼ਰੂਰੀ ਸੀ, ਕਿਉਂ ਕਰਕੇ 1947 ਦੇ ਵਿੱਚ ਵੀ ਸਿੱਖਾਂ ਦੀ ਮੰਗ ਸੀਗੀ ਕਿ ਸਾਡੀ ਸਟੇਟ ਅਲੱਗਾ ਹੋਵੇ, ਜਿਵੇਂ ਹਿੰਦੂਆਂ ਨੂੰ ਇੰਡੀਆ ਮਿਲਿਆ, ਮੁਸਲਮਾਨਾਂ ਨੂੰ ਪਾਕਿਸਤਾਨ ਮਿਲਿਆ। ਇਹਦਾ ਤੁਸੀਂ ਮੇਰੇ ਵੱਲੋਂ ਐ ਨਾ ਸਮਝੋ ਕਿ ਅਸੀਂ ਹਿੰਦੂਆਂ ਦੇ ਖਿਲਾਫ ਹੈ। ਜਿਵੇਂ ਹਿੰਦੂ ਆਪਣਾ ਹੱਕ ਮੰਗਦੇ ਸੀਗੇ, ਅੱਜ ਵੀ ਮੰਗਦੇ ਸੀਗੇ, ਮੁਸਲਮਾਨ ਆਪਣਾ ਹੱਕ ਮੰਗਦੇ ਸੀਗੇ, ਇਸੇ ਤਰ੍ਹਾਂ ਸਿੱਖ ਆਪਣਾ ਹੱਕ ਮੰਗਦੇ ਸੀਗੇ, ਕਿਉਂ ਕਰਕੇ ਗੁਰੂ ਨਾਨਕ ਸਾਹਿਬ ਦਾ ਹੁਕਮ ਹੈ, ਨਾ ਅਸੀਂ ਹਿੰਦੂ ਹੈ ਨਾ ਅਸੀਂ ਮੁਸਲਮਾਨ ਹੈ। ਅਤੇ ਇਸ ਤੋਂ ਪਹਿਲਾਂ ਤੁਹਾਡੇ ਸਰਹੰਦ ਦੇ ਵਿੱਚ ਵੀ ਪਹਿਲੀ ਸਿੱਖ ਸਟੇਟ ਬੰਦਾ ਸਿੰਘ ਬਹਾਦਰ ਨੇ ਮੁਗਲ ਹਕੂਮਤ ਦੀ ਜੜ੍ਹ ਖੋਖਲੀ ਕਰਕੇ ਬਣਾਤੀ ਸੀਗੀ। ਸੋ ਸਿੱਖਾਂ ਦਾ ਹਮੇਸ਼ਾ ਰੌ ਰਿਹਾ ਕਿ ਸਾਡੀ ਅਲੱਗਾ ਸਟੇਟ ਰਹੇ। ਹੁਣ ਤੁਸੀਂ ਵੀ ਉੱਜੜ ਕੇ ਆਏ ਹੋ ਪਾਕਿਸਤਾਨ ਤੋਂ, ਅਸੀਂ ਸਿੱਖ ਵੀ ਉੱਜੜ ਕੇ ਆਏ ਹਾਂ। ਮੁਸਲਮਾਨ ਇੱਥੋਂ ਉੱਜੜ ਕੇ ਪਾਕਿਸਤਾਨ ਗਏ ਆ, ਪਰ ਹਿੰਦੂ ਅਤੇ ਮੁਸਲਮਾਨ ਦੇ ਹਿਰਦੇ ਦੇ ਵਿੱਚ ਇਹਦੇ ਬਾਰੇ ਇੰਨੀ ਤਕਲੀਫ ਨਹੀਂ ਹੈ, ਕਿਉਂ ਕਰਕੇ ਜੇ ਪਾਕਿਸਤਾਨ 'ਚ ਹਿੰਦੂ, ਸਿੱਖ, ਮੁਸਲਮਾਨ ਇੱਥੇ ਨਹੀਂ ਵੱਸ ਸਕੇ
1947 ਦੇ ਵਿੱਚ ਹਿੰਦੂਆਂ ਨੂੰ ਆਪਣੀ ਸਟੇਟ, ਆਪਣਾ ਮੁਲਕ ਇੰਡੀਆ ਮਿਲ ਗਿਆ। ਅਤੇ ਅੱਜ ਹਿੰਦੂ ਕਹਿੰਦਾ ਹੈ ਕਿ ਸਾਡੀ ਮਾਂ ਬੋਲੀ ਤਾਂ ਪੰਜਾਬੀ ਹੈ, ਪਰ ਸਾਡੀ ਰਾਸ਼ਟਰ ਬੋਲੀ ਹਿੰਦੀ ਹੈ। ਹੁਣ ਤੁਸੀਂ ਸਮਝੋ ਇਸ ਚੀਜ਼ ਨੂੰ ਕਿ ਸਾਡੇ ਵਿੱਚ ਫਰਕ ਕੀ ਹੈ। ਜਿੰਨਾ ਚਿਰ ਆਪਾਂ ਫਰਕ ਨਹੀਂ ਸਮਝਾਂਗੇ, ਤੁਸੀਂ ਸਾਨੂੰ ਕਹੋਗੇ ਅਸੀਂ ਮਤਸਵੀ ਹਾਂ, ਅਸੀਂ ਤੁਹਾਨੂੰ ਕਹਾਂਗੇ। ਅਤੇ ਮੁਸਲਮਾਨ ਵੀ ਜਿਹੜੇ ਇਸ ਪਿੰਡੋਂ ਗਏ ਹੈ, ਉਹਨਾਂ ਨੇ ਵੀ ਮੈਨੂੰ ਕਿਹਾ ਇਹੀ ਗੱਲ ਕਿ ਜੀ ਉਜੜੇ ਤਾਂ ਅਸੀਂ ਹੈ, ਅਸੀਂ ਤੁਹਾਡੇ ਕੋਲੇ ਆਪਣੇ ਘਰਾਂ 'ਚ ਬੈਠੇ ਹਾਂ, ਪਰ ਸਾਨੂੰ ਆਪਣਾ ਮੁਲਕ ਮਿਲ ਗਿਆ, ਸਾਨੂੰ ਸਾਡੀ ਜ਼ੁਬਾਨ ਮਿਲ ਗਈ, ਸਾਨੂੰ ਸਾਰਾ ਕੁਛ ਕੌਮੀਅਤ ਮਿਲ ਗਈ। ਸੋ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਇਹ ਜਿਹੜੀ ਗੱਲ ਕੀਤੀ ਹੈ, ਇਹ ਬਹੁਤ ਵੱਡੀ ਕੀਤੀ ਹੈ। ਅਤੇ ਇਹਨਾਂ ਦਾ ਜਨਮ ਦਿਨ ਮਨਾਉਣਾ ਚਾਹੀਦਾ ਸੀਗਾ। ਅਸੀਂ ਕਿਹਾ 1990 ਦੇ ਵਿੱਚ ਕਿ ਇਹਨਾਂ ਦੀ ਬਰਸੀ ਮਨਾਓ, ਪਰ ਕਈ ਵੱਡੇ ਵੱਡੇ ਬੰਦੇ ਜਿਹੜੇ ਉਸ ਵੇਲੇ ਇਸ ਮੂਵਮੈਂਟ ਦੇ ਇੰਚਾਰਜ ਸੀਗੇ, ਉਹਨਾਂ ਨੇ ਕਿਹਾ ਕਿ ਅਜੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿੰਦਾ ਹੈ। ਫਿਰ ਅਸੀਂ ਕਹਿੰਦੇ ਹਾਂ ਕਿ ਜੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿੰਦੇ ਹੈ ਤਾਂ ਫਿਰ ਉਹਨਾਂ ਦੀ ਟਕਸਾਲ, ਦਮਦਮੀ ਟਕਸਾਲ ਅਤੇ ਬਾਬਾ ਧੁੰਮਾ, ਉਹ ਫਿਰ BJP RSS ਬਾਦਲ ਦਲ, ਜਿਨ੍ਹਾਂ ਨੇ ਸਾਜ਼ਿਸ਼ ਦੇ ਨਾਲ ਉਹਨਾਂ ਦਾ ਕਤਲੇਆਮ ਕਰਵਾਇਆ ਹੈ, ਉਹਨਾਂ ਦੀ ਸ਼ਹੀਦੀ ਕੀਤੀ ਹੈ, ਉਹ ਫਿਰ BJP 'ਚ ਕਿਉਂ ਜਾਂਦੇ? ਉਹਨਾਂ ਦਾ ਸਕਾ ਭਤੀਜਾ ਜਿਹੜਾ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਰਹੇ ਹੈ, ਭਾਈ ਜਸਵੀਰ ਸਿੰਘ ਰੋਡੇ, ਉਹ ਵੀ ਬਾਦਲ BJP RSS ਨਾਲ ਚਲੇ ਗਏ। ਕੈਪਟਨ ਸਾਹਿਬ ਉਹਨਾਂ ਦੇ ਸਕੇ ਭਰਾ, ਉਹ ਵੀ ਉੱਧਰ ਚਲੇ ਗਏ। ਅੱਜ ਤੁਸੀਂ ਦੇਖਦੇ ਹੋ ਕਿ ਜਿਹੜੇ ਰਵਾਇਤੀ ਅਕਾਲੀ ਹੈ, ਬਾਦਲ ਦਲੀਏ, ਉਹ ਵੀ BJP RSS ਨਾਲ ਚਲੇ ਗਏ ਹੈ। ਟਕਸਾਲ ਅਕਾਲੀ ਦਲ, ਉਹ ਵੀ BJP RSS 'ਤੇ ਉੱਧਰ ਚਲੀ ਗਈ ਹੈ। ਢੀਂਡਸਾ ਸਾਹਿਬ ਨੂੰ ਮੈਡਲ ਮਿਲਿਆ BJP RSS ਤੋਂ, ਉਹ ਵੀ BJP RSS ਨੂੰ ਨਹੀਂ ਛੱਡ ਸਕਦੇ। ਜਿੰਨੀਆਂ ਵੀ ਫੈਡਰੇਸ਼ਨਾਂ ਹੈਗੀਆਂ, ਉਹ ਵੀ ਇਹ BJP RSS ਜਾਂ ਕਾਂਗਰਸ ਨਾਲ ਚਲੀਆਂ ਗਈਆਂ। ਹਰਮਿੰਦਰ ਸਿੰਘ ਗਿੱਲ ਬਹੁਤ ਵੱਡੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸੀਗੇ, ਉਹ ਅੱਜ MLA ਕਾਂਗਰਸ ਕੰਨਿਓ ਬਣੇ ਹੋਏ ਆ। ਜਿੰਨੇ ਵੀ ਇਹ ਵੱਡੇ ਆਗੂ ਹੈਗੇ ਆ, 1994 ਦੇ ਵਿੱਚ, 1994 ਦੇ ਵਿੱਚ ਇਹਨਾਂ ਨੇ ਮੇਰੇ ਨਾਲ ਅਕਾਲ ਤਖ਼ਤ ਸਾਹਿਬ ਦੇ ਉੱਤੇ ਐਲਾਨਨਾਮਾ ਅੰਮ੍ਰਿਤਸਰ ਦੇ ਦਸਤਖਤ ਕੀਤੇ। ਮਹਾਰਾਜਾ ਪਟਿਆਲਾ, ਉਹ ਵੀ ਛੱਡ ਕੇ ਚਲੇ ਗਏ, ਅੱਜ ਚੀਫ ਮਿਨਿਸਟਰ ਕਾਂਗਰਸ ਦੇ ਸੀਗੇ, ਹੈਗੇ ਆ। ਫਿਰ ਟੋੜਾ ਸਾਹਿਬ ਗੁਜ਼ਰ ਗਏ ਹੈ, ਉਹ ਵੀ ਸਾਨੂੰ ਛੱਡ ਕੇ ਚਲੇ ਗਏ। ਤਲਵੰਡੀ ਸਾਹਿਬ ਨੇ ਉੱਥੇ ਕਸਮ ਖਾਧੀ ਅਕਾਲ ਤਖ਼ਤ ਸਾਹਿਬ 'ਤੇ, ਉਹ ਵੀ ਛੱਡ ਕੇ ਚਲੇ ਗਏ। ਸਰਦਾਰ ਮਨਜੀਤ ਸਿੰਘ, ਭਾਈ ਸ਼ਹੀਦ ਆਜ਼ਮ ਭਾਈ ਅਮਰੀਕ ਸਿੰਘ ਦਾ, ਉਹ ਵੀ BJP ਬਾਦਲ ਦੇ ਨਾਲ ਚਲੇ ਗਏ। ਕਰਨਲ ਬਾਲਾ ਬੱਬਰਾਂ ਦਾ ਰਿਪਰੈਜ਼ੈਂਟੇਟਿਵ ਸੀਗੇ, ਕੀਰਤਨੀ ਜਥੇ ਦੇ ਸੀਗੇ, ਉਹ ਵੀ ਉੱਧਰ ਚਲੇ ਗਏ। ਫਿਰ ਬਰਨਾਲਾ ਸਾਹਿਬ ਵੀ ਚਲੇ ਗਏ। ਸਾਰੇ ਅੱਜ ਜਿਹੜੀ ਸਿੱਖ ਸਿਆਸਤ ਹੈ, ਇਹ ਸਿੱਖ ਪੋਲੀਟਿਕਸ ਨੂੰ ਅਲਵਿਦਾ ਕਹਿ ਕੇ ਅੱਜ ਜਾਂ ਤਾਂ ਕਾਂਗਰਸ ਦੇ ਵਿੱਚ ਬੈਠੀ ਹੈ ਜਾਂ BJP RSS ਦੇ ਵਿੱਚ ਬੈਠੀ ਹੈ। ਸੋ ਇੱਕੋ ਇੱਕ ਪਾਰਟੀ ਰਹਿ ਗਈ ਹੈ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜਿਹੜੀ ਅਕਾਲੀ ਸੋਚ ਦੇ ਉੱਤੇ ਅੱਜ ਖੜ੍ਹੀ ਹੈ। ਸੋ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਬਰਥਡੇ ਅਸੀਂ ਤਾਂ ਕਿਹਾ ਕਿ ਜੇ ਤੁਸੀਂ ਬਰਸੀ ਨਹੀਂ ਮਨਾਉਂਦੇ ਤਾਂ ਫਿਰ ਅਸੀਂ ਉਹਨਾਂ ਦਾ ਜਨਮ ਦਿਨ ਮਨਾਵਾਂਗੇ। ਇਹਦੇ ਉੱਤੇ ਵੀ ਬਹੁਤ ਕੰਟਰੋਵਰਸੀ ਚੱਲੀ। ਅਤੇ ਜਦੋਂ ਤੁਸੀਂ ਮੈਨੂੰ MP ਬਣਾਇਆ ਸੀ 1999 ਦੇ ਵਿੱਚ, ਉਦੋਂ ਜਿਹੜੇ ਕਹਿੰਦੇ ਸੀਗੇ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਜੇ ਜਿੰਦਾ ਹੈ, ਮੈਂ ਉਹਨਾਂ ਨੂੰ ਕਿਹਾ ਕਿ ਮੈਂ MP ਬਣਿਆ, ਮੈਂ ਕਿਸੇ ਮੁਲਕ ਦੇ ਵਿੱਚ ਵੀ ਜਾ ਸਕਦਾ, ਮੈਨੂੰ ਵੀਜ਼ਾ ਨਹੀਂ ਚਾਹੀਦਾ, ਅਤੇ ਤੁਸੀਂ ਦੱਸੋ ਕਿੱਥੇ ਹੈ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ। ਮੈਂ ਉਸ ਮੁਲਕ ਦੇ ਵਿੱਚ ਜਾਏ ਉਹਨਾਂ, ਪਰ ਕਿਉਂ ਕਰਕੇ ਉਹਨਾਂ ਨੂੰ ਪਤਾ ਸੀ ਇਹ ਝੂਠ ਬੋਲ ਰਹੇ ਹੈ ਗਵਰਨਮੈਂਟ ਆਫ ਇੰਡੀਆ ਦੇ ਕਹਿਣ 'ਤੇ, ਉਹ ਮੈਨੂੰ ਦੱਸ ਨਹੀਂ ਸਕੇ ਹੈਗੇ। ਹੁਣ ਜਿਹੜਾ ਅੰਮ੍ਰਿਤਸਰ ਐਲਾਨਨਾਮਾ ਹੋਇਆ ਹੈ, ਉਹਦੀ ਤਸਵੀਰ ਮੈਂ ਤੁਹਾਨੂੰ ਦਿਖਾਉਂਦਾ ਹੈ।
ਕਿ ਕਿੰਨੀ ਸ਼ਰਮਨਾਕ ਹੈ। ਇਹ ਰਿਸਪੈਕਟੇਬਲ ਸਾਡੇ ਸਿੱਖਾਂ ਦੇ ਲੀਡਰ ਹੈ। ਇੱਥੇ ਥੱਲੇ ਭਾਈ ਅਮਰੀਕ ਸਿੰਘ, ਭਾਈ ਮਨਜੀਤ ਸਿੰਘ, ਅਕਾਲ ਤਖਤ ਦੇ ਜਥੇਦਾਰ ਬੈਠੇ ਆ। ਇਹ ਸਾਨੂੰ ਸਹੁੰ ਚੁਕਾ ਰਹੇ ਹੈ ਕਿ ਅਸੀਂ ਅੰਮ੍ਰਿਤਸਰ ਐਲਾਨਨਾਮਾ ਜਿਹੜਾ ਸੈਪਰੇਟ ਸਟੇਟਸ ਵਿੱਚ ਮੰਗਦਾ ਹੈ, ਉਹਦੇ ਲਈ ਅਸੀਂ ਵਚਨਬੱਧ ਹੋਵਾਂਗੇ। ਅਤੇ ਪਹਿਲੇ ਸਹੁੰ ਚੱਕ ਰਹੇ ਆ, ਦੇਖੋ ਕਿੰਨੇ ਸੀਰੀਅਸਲੀ ਕੈਪਟਨ ਸਾਹਿਬ। ਤੁਸੀਂ ਸਾਰੇ ਕਹਿੰਦੇ ਹੋ ਕਿ ਮੈਂ ਕੈਪਟਨ ਸਾਹਿਬ ਦਾ ਸਾਟੂ ਆਇਆ, ਮੈਨੂੰ ਛੇੜ ਦਿੰਦੇ ਹੋ, ਪਰ ਇਹ ਯਾਦ ਰੱਖੋ ਕਿ ਸਿਮਰਨਜੀਤ ਸਿੰਘ ਮਾਨ ਨੇ ਇਹਨਾਂ ਨੂੰ ਖਾਲਿਸਤਾਨ 'ਤੇ ਲਿਆਂਦਾ ਹੈ, ਪਰ ਇਹਨਾਂ ਨੇ ਮੈਨੂੰ ਕਾਂਗਰਸ ਜਾਂ BJP 'ਚ ਨਹੀਂ ਲੈ ਕੇ ਗਏ। ਆਹ ਬਰਨਾਲਾ ਸਾਹਿਬ ਹੈ, ਆਹ ਸਿਮਰਨਜੀਤ ਸਿੰਘ ਮਾਨ ਹੈ ਜਿਹੜਾ ਅਜੇ ਤੱਕ ਖੜ੍ਹਾ ਹੈ। ਆਹ ਵਿੱਚੋਂ ਝਾਤੀਆਂ ਮਾਰ ਰਹੇ ਆ ਮਨਜੀਤ ਸਿੰਘ ਕਲਕੱਤਾ, ਝਾਤੀਆਂ ਮਾਰ ਰਹੇ ਆ। ਉਹਨਾਂ ਦੇ ਨਾਲ ਹੈ ਕਰਨਲ ਬਾਲਾ, ਇਹ ਸੀਗੇ ਇਹ ਕੀਰਤਨੀਏ ਜਥੇ ਤੇ ਬੱਬਰਾਂ ਦੇ ਨੁਮਾਇੰਦੇ। ਫਿਰ ਆਹ ਹੈਗਾ ਸਰਦਾਰ ਮਨਜੀਤ ਸਿੰਘ, ਸੁਰਗਵਾਸ ਸ਼ਹੀਦ ਭਾਈ ਅਮਰੀਕ ਸਿੰਘ ਦਾ ਸਕਾ ਭਰਾ, ਸੰਤ ਕਰਤਾਰ ਸਿੰਘ ਜੀ ਦਾ ਬੇਟਾ। ਕਿੰਨੀ ਸ਼ਰਮ ਦੀ ਗੱਲ ਹੈ, ਇੰਨੀਆਂ ਹਸਤੀਆਂ ਦੇ ਖੂਨ ਤੇਰੀਆਂ ਨੜੀਆਂ ਦੇ ਵਿੱਚੋਂ ਜਾਂਦਾ ਹੋਵੇ ਅਤੇ ਤੂੰ BJP RSS ਬਾਦਲ ਦਲ, ਜਿਨ੍ਹਾਂ ਨੇ ਸੰਤਾਂ ਨੂੰ ਸ਼ਹੀਦ ਕਰਾਇਆ, ਉਹਨਾਂ ਦੀ ਪਾਰਟੀ ਚਲਿਆ ਗਿਆ। ਫਿਰ ਆਹ ਦੇਖੋ ਤਲਵੰਡੀ ਸਾਹਿਬ ਹੈ, ਜਿਨ੍ਹਾਂ ਨੂੰ ਲੋਹ ਪੁਰਸ਼ ਸਿੱਖਾਂ ਦਾ ਕਹਿੰਦੇ ਸੀਗੇ। ਹੁਣ ਜੇ ਲੋਹ ਪੁਰਸ਼ ਹੀ ਸਾਡੇ ਢਲ ਜਾਣ, ਤੁਸੀਂ ਸਾਰੇ ਗੋਬਿੰਦਗੜ੍ਹ ਆਪਣਾ ਵੇਖੀ ਹੈ ਅਤੇ ਤੁਸੀਂ ਸਮਝਦੇ ਹੋ ਜਿੱਥੇ ਇਹ ਲੋਹਾ ਢਲ ਜਾਂਦਾ ਹੈ ਅਤੇ ਲੋਹ ਪੁਰਸ਼ ਵੀ ਢਲ ਜਾਵੇ, ਕਿੰਨੀ ਸ਼ਰਮ ਦੀ ਗੱਲ ਹੈ। ਅਸੀਂ ਸ਼ਰਮ ਨਾਲ ਬੈਠੇ ਹੈ। ਵੀ ਆਰ ਨਾਟ ਪ੍ਰਾਊਡ ਟੂਡੇ ਕਿ ਵੀ ਆਰ ਸੇਇੰਗ ਦਿਸ। ਅਤੇ ਆਹ ਨਾਲ ਟੋੜਾ ਸਾਹਿਬ ਹੈ, ਸਾਡੇ ਬਜ਼ੁਰਗ ਸਾਰੇ ਛੱਡ ਕੇ ਚਲੇ ਗਏ। ਇਹ ਕੋਈ ਕੈਰੈਕਟਰ ਹੈ? ਦੂਜੇ ਪਾਸੇ ਮੈਂ ਪੁੱਛਦਾ ਹੈ ਕਿ ਜਿਨ੍ਹਾਂ ਸਾਹਿਬ ਮੁਸਲਮਾਨਾਂ ਦੇ ਲੀਡਰ, ਉਹਨਾਂ ਨੂੰ ਲਾਲਚ ਦੇ ਨਾਲ ਅੰਗਰੇਜ਼ਾਂ ਨੇ ਕੀ ਖਰੀਦ ਲਿਆ ਸੀ? ਗਾਂਧੀ, ਨਹਿਰੂ, ਪਟੇਲ, ਰਜਿੰਦਰਾ ਪ੍ਰਸਾਦ, ਉਹਨਾਂ ਨੂੰ ਹਕੂਮਤ ਨੇ ਕਿਸੇ ਨੇ ਖਰੀਦਿਆ ਸੀ? ਅਤੇ ਜੇ ਸਿੱਖ ਇੱਕ ਬਰਾਬਰ ਦੀ ਕੌਮ ਅਤੇ ਮਜ਼ਹਬ ਗੁਰੂ ਨਾਨਕ ਸਾਹਿਬ ਅਤੇ ਸਾਡੇ 9 ਗੁਰੂ ਸਾਹਿਬ ਨੇ ਪੈਦਾ ਕੀਤਾ, ਫਿਰ ਸਿੱਖਾਂ 'ਚ ਕਮਜ਼ੋਰੀ ਕੀ ਆ ਗਈ ਕਿ ਅੱਜ ਅਸੀਂ BJP RSS ਬਾਦਲ ਦਲ ਕਾਂਗਰਸ ਦੇ ਵਿੱਚ ਜਿਨ੍ਹਾਂ ਨੇ ਸਿੱਖਾਂ ਦੇ ਕਤਲੇਆਮ ਕੀਤੇ ਹੈ, ਉਹਨਾਂ ਨਾਲ ਰਲ ਗਏ ਹੈ। ਹੁਣ ਅਸੀਂ ਸ਼ੁਕਰ ਕਰਦੇ ਹਾਂ ਕਿ ਜਿਹੜੇ ਲੋਕ ਇੰਡੀਆ ਦੇ ਨੇ, ਉਹਨਾਂ ਨੂੰ ਸੁਰਤ ਆ ਗਈ ਹੈ। ਅਤੇ BJP RSS ਨੇ ਦਿੱਲੀ ਦੇ ਇਲੈਕਸ਼ਨਸ ਦੇ ਵਿੱਚ ਬਹੁਤ ਕੋਸ਼ਿਸ਼ ਕੀਤੀ ਕਿ ਅਸੀਂ ਸਿਕਿਉਰਿਟੀ ਦੇ ਇਸ਼ੂ ਦੇ ਉੱਤੇ ਇਲੈਕਸ਼ਨ ਲੜ ਰਹੇ ਹਾਂ। ਉਹਨਾਂ ਨੇ ਇਲੈਕਸ਼ਨ ਲੜੇ ਨੋਟਬੰਦੀ ਦੇ ਉੱਤੇ, GST 'ਤੇ, ਆਰਟੀਕਲ 370 ਅਤੇ 35A ਨੂੰ ਜਿਹੜਾ ਭੰਗ ਕੀਤਾ ਕਸ਼ਮੀਰ ਦੇ ਵਿੱਚ, ਕਿ ਬਹੁਤ ਅੱਛਾ ਕੀਤਾ। ਬਬਰੀ ਮਸਜਿਦ ਕਿ ਅਸੀਂ 1992 ਦੇ ਵਿੱਚ ਢਾਹਤੀ ਸੀ, ਅਤੇ 1919 ਦੇ ਵਿੱਚ ਸੁਪਰੀਮ ਕੋਰਟ ਤੋਂ ਫੈਸਲਾ ਕਰਾਤਾ ਹੈ ਕਿ ਇਹ ਹਿੰਦੂ ਮੰਦਰ ਬਣੂਗਾ। ਫਿਰ ਸਾਡੇ ਗੁਰਦੁਆਰੇ, ਸਿੱਖਾਂ ਦੇ ਗੁਰਦੁਆਰਾ ਅਟਕ ਮੰਗੂ ਮੱਠ ਜਿਹੜਾ ਜਗਨਨਾਥਪੁਰੀ 'ਚ ਸੀਗਾ, ਉਹ ਢਾਹਤਾ। ਫਿਰ ਭਗਤ ਰਵਿਦਾਸ ਜੀ ਦਾ ਦਿੱਲੀ ਦੇ ਵਿੱਚ ਢਾਹਤਾ ਗੁਰਦੁਆਰਾ। ਗਿਆਨ ਗੋਦੜੀ ਹਰਿਦੁਆਰ ਦੇ ਵਿੱਚ ਢਾਹਤਾ ਹੈ। ਬਾਰਾਮੂਲਾ ਸ੍ਰੀਨਗਰ ਰੋਡ ਦੇ ਉੱਤੇ ਇੱਕ ਹੋਰ ਗੁਰਦੁਆਰਾ ਜਦ ਦਾ ਇਹ 5 ਅਗਸਤ ਨੂੰ 370 ਖਤਮ ਕੀਤੀ ਗਈ ਹੈ, ਉਸ ਤੋਂ ਬਾਅਦ ਸਾਡਾ ਗੁਰਦੁਆਰਾ ਸ੍ਰੀਨਗਰ ਅਤੇ ਬਾਰਾਮੂਲੇ ਦੇ ਵਿਚਾਰੇ ਉਹ ਖਤਮ ਕਰਤਾ। ਅਤੇ ਜਿਹੜਾ ਸਿੱਕਮ ਦੇ ਵਿੱਚ ਗੁਰਦੁਆਰਾ ਹੈ ਡਾਂਗਮਾੜ ਗੁਰਦੁਆਰਾ, ਉਹ ਵੀ ਖਤਮ ਕਰਤਾ। ਇਹ ਇੰਡੀਆ ਦੀ ਅੱਜ ਸੈਕੂਲਰਿਜ਼ਮ, ਧਰਮ ਨਿਰਪੱਖ ਜਿਹੜੀ ਕੌਨਸਟੀਟਿਊਸ਼ਨ ਹੈ,
ਉਹਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ। ਫਿਰ ਨੈਸ਼ਨਲ ਰਜਿਸਟਰ ਸਿਟੀਜ਼ਨਸ ਦਾ NRC ਬਣਾਤਾ, ਜਿਹਦੇ ਵਿੱਚ ਮੁਸਲਮਾਨਾਂ ਨੂੰ ਬਾਹਰ ਕੱਢਿਆ ਗਿਆ। ਹੁਣ ਆਪਣੇ ਮੁਲਕ ਦੇ ਵਿੱਚ ਚੀਤਾ ਹੁੰਦਾ ਸੀਗਾ, ਜਿਹੜਾ ਇਹ ਲੱਕੜ ਬੱਗੇ ਅਤੇ ਸ਼ੇਰ ਵਰਗਾ ਹੁੰਦਾ। ਉਹ 1950 ਦੇ ਵਿੱਚ ਰਾਜਿਆਂ ਨੇ ਆਖਰੀ ਮਾਰਤਾ ਸੀਗਾ। ਹੁਣ ਸੁਪਰੀਮ ਕੋਰਟ ਨੇ ਹੁਕਮ ਦੇ ਦਿੱਤਾ ਕਿ ਚੀਤਾ ਇੰਡੀਆ ਦੇ ਵਿੱਚ ਵਾਪਸ ਲੈ ਕੇ ਆਓ। ਅਤੇ ਜਿਹੜਾ ਚੀਤਾ ਨਾ, ਇਹਦਾ ਸਕਾ ਖੂਨ ਸਾਡਾ ਹੈਗਾ ਈਰਾਨ ਦੇ ਵਿੱਚ। ਸਾਨੂੰ ਈਰਾਨ ਤੋਂ ਚੀਤਾ ਲਿਆਉਣਾ ਚਾਹੀਦਾ ਜੇ ਸੁਪਰੀਮ ਕੋਰਟ ਨੇ ਕਿਹਾ ਕਿ ਫਿਰ ਜੰਗਲਾਂ 'ਚ ਦੇ ਦਿਓ। ਪਰ BJP RSS ਸਰਕਾਰ ਨੇ ਇਸ ਨੂੰ ਨਮੀਬੀਆ ਸਾਊਥ ਅਫਰੀਕਾ ਤੋਂ ਚੀਤਾ ਮੰਗਾ ਰਹੇ ਹੈ, ਕਿਉਂ ਕਰਕੇ CAA ਦੇ ਵਿੱਚ ਮੁਸਲਮਾਨਾਂ ਨੂੰ ਅਸੀਂ ਅੰਦਰ ਪਨਾਹ ਨਹੀਂ ਦੇ ਸਕਦੇ। ਹੁਣ ਤੁਸੀਂ ਦੇਖਿਆ ਕਿੰਨੀ ਕੱਟੜਵਾਦ ਹੈ ਕਿ ਜੇ ਈਰਾਨ ਮੁਸਲਮਾਨ ਮੁਲਕ ਤੋਂ ਆ ਜਾਊਗਾ ਚੀਤਾ, ਇਸਲਾਮਿਕ ਮੁਲਕ ਤੋਂ, ਅਤੇ ਫਿਰ CAA ਉਹਦੇ 'ਤੇ ਲੱਗ ਜਾਊਗਾ। ਦੇਖੋ ਨਵੀਂ ਗੱਲ ਹੈ ਇਹ ਕਿਸੇ ਨੇ ਤੁਹਾਨੂੰ ਨਵੀਆਂ ਗੱਲਾਂ ਦੱਸਾਂਗੇ। ਪ੍ਰਿੰਟ ਕਰਨਾ ਤੁਹਾਡੀ ਮਰਜ਼ੀ ਹੈ ਐਡੀਟਰ ਦੀ, ਤੁਸੀਂ ਤਾਂ ਕਰ ਦੋਗੇ। ਫਿਰ ਨੈਸ਼ਨਲ ਪੋਪੂਲੇਸ਼ਨ ਰਜਿਸਟਰ ਬਣਾਤਾ। ਹੁਣ ਨੈਸ਼ਨਲ ਪੋਪੂਲੇਸ਼ਨ ਰਜਿਸਟਰ 19 ਲੱਖ ਮੁਸਲਮਾਨ ਕੈਦ ਕੀਤਾ ਹੋਇਆ ਅਸਾਮ ਦੇ ਵਿੱਚ। ਹੁਣ ਮੇਰਾ ਮਤਲਬ ਹੈ ਕਿ ਉਹਨੂੰ ਕੈਦ ਕਰੀ ਰੱਖੋਗੇ, ਉਹਨੂੰ ਵਸਾਓਗੇ ਕਿੱਥੇ? ਉਹ ਕਹਿੰਦਾ ਮੈਂ ਇੰਡੀਅਨ ਹੈ, ਅਤੇ ਫਿਰ ਜਬਰਨ ਉਹਨੂੰ ਬਾਹਰ ਕਿਵੇਂ ਕੱਢੋਗੇ? ਜਾਂ ਤੁਸੀਂ ਕੈਂਪਾਂ 'ਚ, ਜਿੰਨਾ ਚਿਰ ਉਹ ਮਰਦੇ ਨਹੀਂ ਉਨਾ ਚਿਰ ਤੁਸੀਂ ਕੈਂਪਾਂ 'ਚ ਰੱਖੋਗੇ। ਹੁਣ ਮੇਰੇ ਵਰਗੇ ਬੰਦੇ ਪਾਕਿਸਤਾਨ ਤੋਂ ਆਏ ਆ, ਇਹ ਵੀ ਪਾਕਿਸਤਾਨ ਤੋਂ ਆਏ ਆ, ਸਾਨੂੰ ਵੀ ਡਿਟੇਨ ਕਰਨਗੇ, ਕਿਉਂ ਕਰਕੇ ਅਸੀਂ ਨਹੀਂ ਦੱਸ ਸਕਦੇ ਕਿ ਇਹ ਸਾਡਾ ਜਨਮ ਇੱਥੇ ਹੋਇਆ। ਤਾਂ ਇਹ ਜਿਹੜੀ ਮਤਸਵੀ ਚੀਜ਼ਾਂ ਇਹਨਾਂ ਨੇ ਕੀਤੀਆਂ, ਇਹਦੇ ਨਾਲ ਇਹ ਸਰਕਾਰ ਨੂੰ ਬਹੁਤ ਭਾਰੀ ਠੋਸ ਪਹੁੰਚੀ ਹੈ ਕਿ ਅਸੀਂ ਨੈਸ਼ਨਲਿਜ਼ਮ ਦੇ ਉੱਤੇ ਲੜ ਰਹੇ ਸੀਗੇ, ਪਰ ਦਿੱਲੀ ਦੇ ਜਿਹੜੀ ਰਾਜਧਾਨੀ ਹੈ ਇੰਡੀਆ ਦੀ, ਉਹਨਾਂ ਦੇ ਵੋਟਰਾਂ ਨੇ ਇਹਨਾਂ ਨੂੰ ਪੂਰੀ ਤਰ੍ਹਾਂ ਠਿੱਠ ਕਰਤਾ, ਬਿਲਕੁਲ ਠਿੱਠ ਕਰਤਾ। ਅਤੇ ਸ਼ਾਹ ਜੀ ਨੇ, ਜਿਨ੍ਹਾਂ ਨੇ ਪੂਰਾ ਪਰਸਨਲ, ਅਤੇ ਮੋਦੀ ਸਾਹਿਬ ਨੇ ਪਰਸਨਲ ਇਸ਼ੂ ਬਣਾ ਲਏ ਤੇ ਸੀਗੇ, ਉਹ ਹੁਣ ਪੁੱਛਣ ਆਪਣੀ ਜ਼ਮੀਰ ਨੂੰ ਕਿ ਸਾਡਾ ਹੁਣ 4 ਸਾਲ ਹੋਰ ਰਾਜ ਚੱਲ ਸਕਦਾ ਕਿ ਨਹੀਂ ਚੱਲ ਸਕਦਾ। ਹੁਣ ਲੋਕ ਕਹਿੰਦੇ ਆ ਕਿ ਦੇਖੋ ਜੀ, ਜੇ CAA ਅਤੇ ਸਾਰੇ ਕਾਨੂੰਨ ਪਾਸ ਕੀਤੇ ਗਏ ਆ, ਤਾਂ ਹੁਣ ਇਹ ਮੁਸਲਮਾਨ ਤਿਰੰਗਾ ਝੰਡਾ ਲੈ ਕੇ ਅਤੇ ਕੌਨਸਟੀਟਿਊਸ਼ਨ ਦੀ ਜੈ ਕਰਦੇ ਆ, ਜਿੰਦਾਬਾਦ ਕਰਦੇ ਆ। ਪਰ ਮੁਸਲਮਾਨ ਨੂੰ 1947 ਦੇ ਵਿੱਚ ਇੱਕ ਚੋਇਸ ਮਿਲੀ ਸੀ ਕਿ ਤੁਸੀਂ ਇੰਡੀਆ 'ਚ ਰਹਿਣਾ ਚਾਹੁੰਦੇ ਹੋ ਕਿ ਤੁਸੀਂ ਪਾਕਿਸਤਾਨ 'ਚ ਜਾਣਾ ਚਾਹੁੰਦੇ ਹੋ। ਬਹੁਤ ਸਾਰੇ ਮੁਸਲਮਾਨ ਇਸ ਪਿੰਡ ਦੇ ਪਾਕਿਸਤਾਨ ਚਲੇ ਗਏ, ਪਰ ਜਿਹੜੇ ਮੁਸਲਮਾਨ ਇੰਡੀਆ 'ਚ ਰਹਿ ਗਏ, ਉਹਨਾਂ ਨੇ ਤਾਂ ਵੋਲੰਟਰੀ ਕੀਤਾ ਕਿ ਅਸੀਂ ਇੰਡੀਅਨਸ ਹੈਗੇ ਹਾਂ। ਫਿਰ ਉਹਨਾਂ ਦੇ ਖਿਲਾਫ ਤੁਸੀਂ ਕਿਵੇਂ ਕਰ ਸਕਦੇ ਹੋ ਇਹੋ ਜਿਹੀ ਮੁਹਿੰਮ ਕਿ ਉਹ ਇੰਡੀਅਨਸ ਨਹੀਂ ਹੈਗੇ? ਇਹ ਸਾਰੀ ਚੀਜ਼ ਫੈਲੀ ਜਾਂਦੀ ਹੈ। ਜਦੋਂ ਉਹਨਾਂ ਨੇ ਆਪ ਕਹਿਤਾ ਅਸੀਂ ਇੰਡੀਅਨਸ ਹੈ, ਅਤੇ ਫਿਰ ਉਹ ਤੁਹਾਡਾ ਫਲੈਗ ਹੀ ਇਹ ਹਿਲਾਉਣਗੇ, ਤੁਹਾਡੀ ਕੌਨਸਟੀਟਿਊਸ਼ਨ ਨੂੰ ਹੀ ਕਹਿਣਗੇ ਇਹ ਜੈ ਸ਼੍ਰੀ ਰਾਮ, ਹੋਰ ਕੀ ਕਹਿਣਗੇ? ਫਿਰ ਨਾ ਤਾਂ ਸੁਪਰੀਮ ਕੋਰਟ ਨੇ ਇਹਨਾਂ ਕਾਨੂੰਨਾਂ ਦਾ ਅਤੇ 370 ਦਾ ਅਜੇ ਤੱਕ ਨੋਟਿਸ ਲਿਆ, ਜਿਹੜਾ ਕਿ ਸਰਕਾਰ ਦੇ ਨਾਲ ਰਲੀ ਹੋਈ ਹੈ ਸੁਪਰੀਮ ਕੋਰਟ। ਜੇ ਇਹਦੇ ਖਿਲਾਫ ਰਿਟਾਂ ਹੋਈਆਂ, ਫਿਰ ਰਿਟਾਂ ਦੀ ਸੁਣਾਈ ਕਿਉਂ ਨਹੀਂ ਹੋ ਰਹੀ? ਕਿਉਂ ਕਰਕੇ ਸੁਪਰੀਮ ਕੋਰਟ ਆਪ ਕਹਿੰਦਾ ਕਿ ਤੁਹਾਡੇ ਫੰਡਾਮੈਂਟਲ ਰਾਈਟਸ ਹੈ, ਉਹ ਕੋਈ ਵੀ ਨਹੀਂ ਲੈ ਕੇ ਜਾ ਸਕਦਾ। ਪਰ ਜੇ ਫੰਡਾਮੈਂਟਲ ਰਾਈਟ ਹੈ ਕਿ ਇਹ ਕੰਟਰੀ ਸੈਕੂਲਰ ਹੈ, ਅਤੇ ਆਰਟੀਕਲ 14 ਕਹਿੰਦੀ ਹੈ ਕਿ ਕਾਨੂੰਨ ਦੇ ਅੱਗੇ ਸਾਰੇ ਬਰਾਬਰ ਨੇ, ਅਤੇ ਫਿਰ ਮੁਸਲਮਾਨਾਂ ਨੂੰ CAA ਦੇ ਵਿੱਚੋਂ ਕਿਉਂ ਕੱਢਤਾ? ਠੀਕ ਹੈ ਜੀ। ਫਿਰ ਪ੍ਰੈਜ਼ੀਡੈਂਟ ਸਾਹਿਬ ਦੇ ਫਸਟ ਲੇਡੀ, ਇਹ ਵੀ BJP ਨੂੰ ਵੋਟ ਪਾ ਕੇ ਗਏ ਆ, ਅਤੇ ਇਹ ਰਖਵਾਲੇ ਆ ਕੌਨਸਟੀਟਿਊਸ਼ਨ ਦੇ
ਸੁਪਰੀਮ ਕੋਰਟ ਤੇ ਪ੍ਰੈਜ਼ੀਡੈਂਟ ਆਫ ਇੰਡੀਆ, ਪਰ ਇਹਨਾਂ ਨੇ ਵੀ ਕੋਈ ਐਕਸ਼ਨ ਨਹੀਂ ਲਿਆ ਹੈਗਾ ਅਜੇ ਤੱਕ। ਵੋਟਾਂ ਬੀਜੇਪੀ ਨੂੰ ਪਾ ਕੇ ਆਏ ਆ ਪਰਸੋਂ। ਇਲੈਕਸ਼ਨ ਕਮਿਸ਼ਨ ਨੇ ਵੀ ਕੋਈ ਇਹ ਜਿਹੜਾ ਇਹ ਧੂਮਲ ਸਾਹਿਬ ਦੇ ਮੁੰਡੇ ਨੇ ਜਿਹੜਾ ਫਾਈਨੈਂਸ ਮਿਨਿਸਟਰ ਹੈ अनुराग ठाकुर साहब ने कहा कि देश के गद्दारों को गोली मारो सालों को। ਹੁਣ ਦੱਸੋ ਜੇ ਇਹਦੇ ਠਾਕਰਾਣੀ ਸਾਹਿਬ ਦੇ ਭਰਾਵਾਂ ਨੂੰ ਕੋਈ ਗੋਲੀ ਮਾਰ ਦੂਗਾ ਕਿਉਂ ਕਰਕੇ ਉਹਨੇ ਕਿਹਾ ਗੋਲੀ ਮਾਰੋ ਸਾਲੋਂ ਕੋ, ਤੇ ਠਾਕਰ ਸਾਹਿਬ ਦੇ ਸਾਲਿਆਂ ਨੂੰ ਆਪਣੇ ਸਾਲਿਆਂ ਨੂੰ ਕਹਿ ਰਿਹਾ ਕਿ ਗੋਲੀ ਮਾਰੋ। ਹੁਣ ਦੇਖੋ ਧੂਮਲ ਸਾਹਿਬ ਸਾਡੇ ਚੀਫ ਮਿਨਿਸਟਰ ਰਹੇ ਹੈ, ਉਹਨਾਂ ਦੇ ਘਰ ਦੇ ਵਿੱਚ ਬਹੁਤ ਸੋਗ ਪੈ ਜੂਗਾ ਜੇ ਉਹਨਾਂ ਦੇ ਭਰਾਵਾਂ ਨੂੰ ਠਾਕੁਰ ਸਾਹਿਬ ਨੇ ਮਰਵਾਤਾ। ਠਾਕੁਰ ਸਾਹਿਬ ਦੀ ਬੀਬੀ ਵੀ ਉਹਨਾਂ ਨੂੰ ਛੱਡ ਕੇ ਜਾ ਸਕਦੀ ਹੈ, ਪਰ ਹਿੰਦੁਸਤਾਨ ਦੇ ਵਿੱਚ ਕਸਟਮ ਹੈਗਾ ਜੋ ਮਰਜ਼ੀ ਹੋ ਜੇ ਤੁਸੀਂ ਆਪਣੇ ਪਤੀ ਨੂੰ ਨਹੀਂ ਛੱਡਣਾ। ਸ਼ਾਇਦ ਉਹ ਰਹਿ ਜਾਣ ਉਹਨਾਂ ਦੇ ਨਾਲ, ਪਰ ਜੇ ਉਹਨਾਂ ਨੇ ਉਹਦੇ ਭਰਾ ਹੀ ਮਰਵਾਤੇ, ਮੇਰਾ ਮਤਲਬ ਸੋਚ ਕੇ ਨਹੀਂ, ਇਹ ਜਿਹੜਾ ਇਹਨਾਂ ਦੇ ਮਨ ਦੇ ਵਿੱਚ ਇਹ ਫਤੂਰ ਚੜ੍ਹਿਆ ਹੋਇਆ ਹਿੰਦੁੱਤਵਾ ਦਾ, ਇਹ ਐਡਾ ਭਾਰੀ ਹੋ ਗਿਆ ਤੇ ਇਹ ਸਮਝਦੇ ਨਹੀਂ ਅਸੀਂ ਕਹਿ ਕੀ ਰਹੇ ਹਾਂ, ਹੈ ਨਾ। ਧੂਮਲ ਸਾਹਿਬ ਨੂੰ ਅਸੀਂ ਚਿੱਠੀ ਵੀ ਲਿਖ ਰਹੇ ਹਾਂ ਕਿ ਜੀ ਕਿ ਤੁਹਾਡੇ ਪੁੱਤ ਦੇ ਸਾਲਿਆਂ ਨੂੰ ਮਾਰਤਾ ਜਾਂ ਇਹ ਪੁੱਤ ਨੂੰ ਮਾਰਤਾ। ਅਕਸਰ ਜੇ ਉਹਨਾਂ ਦੇ ਕੋਲੇ ਬੰਦੇ ਹੈਗੇ ਆ ਮਾਰਨ ਨੂੰ, ਤੇ ਫਿਰ ਇਹਨਾਂ ਨੂੰ ਅਜੇ ਤੱਕ ਡਿਸਕੁਆਲੀਫਾਈ ਕਿਉਂ ਨਹੀਂ ਕੀਤਾ ਇਲੈਕਸ਼ਨ ਕਮਿਸ਼ਨ ਨੇ, ਤੇ ਇਲੈਕਸ਼ਨ ਕਮਿਸ਼ਨ ਨੇ ਨੋਟਿਸ ਕਿਉਂ ਨਹੀਂ ਲਿਆ ਹੈਗਾ। ਜਿਹੜਾ ਫਰੂਕ ਅਬਦੁੱਲਾ ਹੈ, ਉਮਰ ਅਬਦੁੱਲਾ ਹੈ, ਮੁਫਤੀ ਬੀਬੀ ਦੀ ਹੈ, ਉਹਨਾਂ ਦੇ ਉੱਤੇ ਤਾਂ ਕਹਿਤਾ ਕਿ ਜੀ ਤੁਸੀਂ ਤਾਂ ਉੱਥੇ ਲੋਕਾਂ ਨੂੰ ਚੱਕ ਰਹੇ ਹੋ, ਪਰ ਜਿਹੜਾ ਬੰਦਾ ਇੱਕ ਵੱਡੇ ਇਕੱਠ ਦੇ ਵਿੱਚ ਜਾ ਕੇ ਨਾਅਰੇ ਮਾਰਦਾ ਹੈ ਗੋਲੀ ਮਾਰੋ ਸਾਲੋਂ ਕੋ, ਉਹਦੇ 'ਤੇ 307 IPC ਦਾ ਕੇਸ ਕਿਉਂ ਨਹੀਂ ਅਜੇ ਤੱਕ ਦਰਜ ਹੋਇਆ। ਅਗਲੀ ਚੀਜ਼ ਹੈਗੀ ਹੈ ਕਿ ਕਬੱਡੀ ਦੀ ਟੀਮ ਗਈ ਹੋਈ ਹੈ ਸਾਡੇ ਪਾਕਿਸਤਾਨ, ਪੰਜਾਬ ਦੀ। ਇਹਦੇ ਪ੍ਰੈਜ਼ੀਡੈਂਟ ਸਾਹਿਬ ਹੈਗੇ ਹੈ ਮਿੰਟੂ ਖੇੜੇ ਦੇ। ਮਿੰਟੂ ਖੇੜਾ ਹੈਗਾ ਲੰਬੀ ਦੇ ਹਲਕੇ 'ਚ, ਜਿੱਥੇ ਬਾਦਲ ਸਾਹਿਬ ਲੜਦੇ ਆ। ਅਸੀਂ ਕਹਿੰਦੇ ਹਾਂ ਕਿ ਪਾਕਿਸਤਾਨ ਦੇ ਬਾਰਡਰ ਖੋਲ੍ਹੋ, ਇਹਦੇ ਨਾਲ ਵਪਾਰੀ ਨੂੰ ਵੀ ਬਹੁਤ ਫਾਇਦਾ ਹੋਊਗਾ, ਜਿਹੜੀ ਅਨਐਮਪਲੋਇਮੈਂਟ ਹੈ ਉਹਨੂੰ ਵੀ ਫਾਇਦਾ ਹੋਊਗਾ। ਸਾਡੇ ਬੰਦੇ ਟਰੱਕ ਚਲਾਉਣਗੇ, ਟਰਾਂਸਪੋਰਟ ਚਲਾਉਣਗੇ ਰੂਸ, ਚੀਨ ਤੱਕ, ਉੱਥੇ ਮੈਡੀਟਰੇਨੀਅਨ ਸੀ, ਸੀਰੀਆ ਤੱਕ ਪਹੁੰਚੇਗੀ ਆਪਣੀ ਟਰੇਡ। ਅਸੀਂ ਇਹਦੇ ਹੱਕ 'ਚ ਹੈ, ਅਸੀਂ ਹੱਕ 'ਚ ਹੈ ਕਿ ਕਰਤਾਰਪੁਰ ਸਾਹਿਬ ਦਾ ਜਿਹੜਾ ਲੰਘ ਹੈ ਬਹੁਤ ਅੱਛਾ ਕੀਤਾ ਮੋਦੀ ਸਾਹਿਬ ਨੇ, ਉਹ ਖੋਲ੍ਹਤਾ। ਬੇਸ਼ੱਕ ਉਹਨਾਂ ਦੀ ਪੋਲਿਸੀ ਨਹੀਂ ਸੀ, ਅਸੀਂ ਪਾਕਿਸਤਾਨ ਦਾ ਵੀ ਸ਼ੁਕਰੀਆ ਕਰਦੇ ਹਾਂ, ਪਰ ਜੇ ਪਾਕਿਸਤਾਨ ਦੇ ਨਾਲ ਅਸੀਂ ਨਹੀਂ ਖੁੱਲਾਂਗੇ, ਸਾਡੇ ਪੰਜਾਬ ਦਾ, ਤੁਹਾਡੇ ਹਿੰਦੂਆਂ ਦਾ, ਮੁਸਲਮਾਨਾਂ ਦਾ, ਸਿੱਖਾਂ ਦਾ, ਕ੍ਰਿਸਚਨਸ ਦਾ ਵਿਕਾਸ ਕਿਵੇਂ ਹੋਊਗਾ। ਸਾਰੀਆਂ ਦੁਕਾਨਾਂ ਮਰੀਆਂ ਪਈਆਂ, ਟ੍ਰੇਡ ਖਤਮ ਹੋਈ ਹੈ, ਆਪਾਂ ਕਿਵੇਂ ਜੀਵਾਂਗੇ। ਤਾਂ ਅਸੀਂ ਕਹਿੰਦੇ ਹਾਂ ਕਿ ਪਾਕਿਸਤਾਨ ਦਾ ਬਾਰਡਰ ਖੋਲ੍ਹੋ। ਹੁਣ ਜਿਹੜੇ ਸਾਡੇ ਕਾਂਗਰਸ ਦੇ ਪ੍ਰੈਜ਼ੀਡੈਂਟ ਹੈ ਜਾਖੜ ਸਾਹਿਬ, ਉਹਨਾਂ ਨੇ ਕਿਹਾ ਕਿ ਇਹ ਕੌਡੀ ਦੀ ਟੀਮ ਕਿਵੇਂ ਭੇਜਤੀ ਗਵਰਨਮੈਂਟ ਆਫ ਇੰਡੀਆ ਦਾ, ਤੁਸੀਂ ਹੁਕਮ ਕਿਉਂ ਨਹੀਂ ਲਿਆ। ਤੁਸੀਂ ਦੱਸੋ, ਗਵਰਨਮੈਂਟ ਆਫ ਇੰਡੀਆ ਕੌਨਸਟੀਟਿਊਸ਼ਨ ਕਹਿੰਦੀ ਆਰਟੀਕਲ 246 ਕਿ ਜਿਹੜੇ ਪਾਣੀ ਹੈ ਸੂਬੇ ਦੇ, ਉਹ ਸੂਬਿਆਂ ਦੀ ਜਾਇਦਾਦ ਹੈ, ਮਲਕੀਅਤ ਹੈ, ਉਹ ਪਾਣੀ ਬਾਹਰ ਨਹੀਂ ਜਾ ਸਕਦੇ। ਅਤੇ ਸੁਪਰੀਮ ਕੋਰਟ ਵੀ ਸਾਡਾ ਪਾਣੀ ਬਾਹਰ ਲੈ ਕੇ ਜਾ ਰਹੀ ਹੈ। ਜਿੰਨੇ ਵੀ ਹੈੱਡਵਰਕਸ ਹੈ ਉਹ ਪੰਜਾਬ ਦੇ ਵਿੱਚ ਹੋਣੇ ਚਾਹੀਦੇ ਹੈ, ਉਹ ਵੀ ਸੈਂਟਰ ਨੇ ਕਾਬੂ ਕੀਤੇ ਹੋਏ ਹੈ ਕੌਨਸਟੀਟਿਊਸ਼ਨ ਦੇ ਖਿਲਾਫ, 246 ਦੇ ਖਿਲਾਫ। ਹੁਣ ਜੇ ਉਹ ਕੌਨਸਟੀਟਿਊਸ਼ਨ ਤੋੜ ਕੇ ਗਵਰਨਮੈਂਟ ਆਫ ਇੰਡੀਆ ਸਾਡੇ ਪਾਣੀ ਬਾਹਰ ਲੈ ਕੇ ਜਾ ਰਹੀ ਹੈ,
ਤੇ ਜੇ ਫਿਰ ਸਾਡੀ ਕੌਡੀ ਦੀ ਟੀਮ ਗਵਰਨਮੈਂਟ ਆਫ ਇੰਡੀਆ ਤੋਂ ਨਾ ਪੁੱਛ ਕੇ ਉੱਥੇ ਚਲੀ ਜੇ ਫਿਰ ਕਿਹੜੀ ਹਨੇਰਗਰਦੀ ਹੈ ਯਾਰ ਇਹ ਹੈ ਨਾ। ਜੇ ਉਹਨਾਂ ਨੇ ਪਰਮਿਸ਼ਨ ਨਹੀਂ ਲਈ ਤੇ ਜਾਖੜ ਸਾਹਿਬ ਨੂੰ ਕੀ ਤਕਲੀਫ ਹੈ? ਜਦੋਂ ਸਿੱਖ ਆਪਣੀ ਅਲੱਗਾ ਮੁਲਕ ਮੰਗ ਰਹੇ ਸੀਗੇ ਉਦੋਂ ਇਹਨਾਂ ਦੇ ਪਾਪਾ ਜੀ ਨੇ ਆ ਕੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਬਿਆਨ ਦਿੱਤਾ। ਉਸ ਵੇਲੇ ਸ਼ਾਇਦ ਸਪੀਕਰ ਸੀਗੇ ਪਾਰਲੀਮੈਂਟ ਦੇ। ਇਹਨਾਂ ਨੇ ਕਿਹਾ ਜੇ ਸਾਨੂੰ 50 ਲੱਖ ਸਿੱਖ ਮਾਰ ਦੇਣੇ ਪਏ ਅਸੀਂ ਇਹਨਾਂ ਨੂੰ ਮਾਰ ਦੇਵਾਂਗੇ ਪਰ ਅਸੀਂ ਖਾਲਿਸਤਾਨ ਨਹੀਂ ਬਣਨ ਦੇਣਾ। ਤਾਂ ਫਿਰ ਇਹ ਉਹਨਾਂ ਦੇ ਮੁੰਡੇ ਜਾਖੜ ਸਾਹਿਬ ਨੂੰ ਕੀ, ਜੇ ਇਹ ਸੈਂਟਰ ਆਪਣੀ ਕੌਨਸਟੀਟਿਊਸ਼ਨ ਤੋੜ ਦਿੰਦੀ ਹੈ, ਜੇ ਪੰਜਾਬ ਸੈਂਟਰ ਤੋਂ ਪੁੱਛਣ ਤੋਂ ਬਗੈਰ ਇਹ ਕੌਡੀ ਟੀਮ ਭੇਜ ਦਿੰਦਾ ਹੈ, ਜਾਖੜ ਸਾਹਿਬ ਕਹਿੰਦੇ ਆ ਜੀ ਸੁਖਬੀਰ ਨੇ ਸੈਂਟਰ ਤੋਂ ਕਹਿਤਾ। ਉਹ ਜੇ ਸੁਖਬੀਰ ਸਿੰਘ ਨੇ ਚੰਗਾ ਕੰਮ ਆਪਣੀ ਸਾਰੀ ਉਮਰ 'ਚ ਇੱਕ ਵਾਰੀ ਕਹਿਤਾ ਕਰਤਾ ਤੇ ਜਾਖੜ ਸਾਹਿਬ ਨੂੰ ਫਿਰ ਤਕਲੀਫ ਕਾਹਦੀ ਆ? ਪਹਿਲੀ ਵਾਰੀ ਚੰਗਾ ਕੰਮ ਕਰਤਾ ਉਹਨੇ, ਕਹਿੰਦਾ ਕਿ ਜੀ ਹੈ। ਸੋ ਇਹ ਸਾਡੀ ਪ੍ਰੈਸ ਕਾਨਫਰੰਸ ਹੈ ਜੀ। ਅਤੇ ਸੰਤਾਂ ਦੇ ਜਨਮ ਦਿਨ ਦੇ ਉੱਤੇ ਅਸੀਂ ਸਾਰਿਆਂ ਨੂੰ ਸੱਦਾ ਪੱਤਰ ਦਿੰਦੇ ਹਾਂ ਜੀ। ਤੁਹਾਨੂੰ ਸਾਰਿਆਂ ਨੂੰ ਬੜੀ ਆਰਾਮ ਨਾਲ ਬੈਠਾਂਗੇ, ਅਸੀਂ ਭੁੱਜੇ ਬੈਠਾਂਗੇ, ਤੁਹਾਡੇ ਲਈ ਕੁਰਸੀਆਂ ਹੋਣਗੀਆਂ ਅਤੇ ਬਹੁਤ ਇੱਜ਼ਤ ਨਾਲ ਤੁਹਾਨੂੰ ਬਿਠਾਵਾਂਗੇ। ਤੁਸੀਂ ਜ਼ਰੂਰ ਆਇਓ। ਹੁਣ ਤੁਸੀਂ ਮੈਨੂੰ ਕੋਈ ਚੀਜ਼ ਪੁੱਛਣੀ ਆ, 2 ਮਿੰਟ ਕੁਛ ਤਾਂ ਲੈ ਕੇ ਜਾਓ ਨਾ ਔਨ ਕਰ। ਠੀਕ ਹੈ ਜੀ। ਚਾਹ ਤਾਂ ਆ ਰਹੀ 2 ਮਿੰਟ।